ਅੱਗੇ ਪੜ੍ਹਦੇ ਹਾਂ ਜੀ ਸਾਹਿਤ ਲਿਟਰੇਚਰ ਬਾਰੇ। ਸਾਹਿਤ ਗੁਪਤ ਕਾਲ ਦੌਰਾਨ ਸੰਸਕ੍ਰਿਤ ਭਾਸ਼ਾ ਪ੍ਰਮੁੱਖ ਹੋ ਗਈ। ਹੁਣ ਮੇਨ ਭਾਸ਼ਾ ਕਿਹੜੀ ਹੋ ਗਈ? ਸੰਸਕ੍ਰਿਤ। ਇਹ ਨਾ ਆਪਾਂ ਦਿਮਾਗ ਵਿੱਚ ਰੱਖੀਏ ਕਿ ਏਸ਼ੀਅਨ ਹਿਸਟਰੀ ਵਿੱਚ ਨਾ ਕਦੀ ਬੁੱਧ ਧਰਮ ਪ੍ਰਮੁੱਖ ਹੋ ਜਾਂਦਾ ਤੇ ਕਦੀ ਬ੍ਰਾਹਮਿਨਿਜ਼ਮ ਬ੍ਰਾਹਮਣਵਾਦ ਪ੍ਰਮੁੱਖ ਹੋ ਜਾਂਦਾ। ਤੇ ਜਦੋਂ ਬ੍ਰਾਹਮਣਵਾਦ ਆਉਂਦਾ ਮੇਨ ਤੇ ਉਸ ਵੇਲੇ ਸੰਸਕ੍ਰਿਤ ਭਾਸ਼ਾ ਵੀ ਪ੍ਰਮੁੱਖ ਹੋ ਜਾਂਦੀ ਆ। ਸੰਸਕ੍ਰਿਤ ਭਾਸ਼ਾ ਮੇਨ ਭਾਸ਼ਾ ਹੋ ਗਈ। ਪਰ ਇਹ ਕੋਈ ਲੋਕਾਂ ਦੀ ਭਾਸ਼ਾ ਨਹੀਂ ਹੁੰਦੀ। ਇਸ ਸਮੇਂ ਪ੍ਰਾਕ੍ਰਿਤਾਂ ਦਾ ਦੌਰ ਸੀ ਤੇ ਥੋੜਾ ਆਬਵੀਅਸ ਜੀ ਗੱਲ ਆ ਕਿ ਸੰਸਕ੍ਰਿਤ ਭਾਸ਼ਾ ਆਮ ਜਨਤਾ ਲਈ ਥੋੜੀ ਟਫ ਹੋਵੇਗੀ। ਬ੍ਰਹਮੀ ਲਿਪੀ ਤੋਂ ਨਾਗਰੀ ਲਿਪੀ ਦਾ ਵਿਕਾਸ ਹੋਇਆ। ਬ੍ਰਹਮੀ ਤੋਂ ਕਿਹੜੀ ਬਣੀ? ਨਾਗਰੀ। ਮੇਨ ਲਿਪੀ ਜੀ ਸ਼ੁਰੂਆਤ ਵਾਲੀ ਸੀ ਬ੍ਰਹਮੀ, ਜਿਸ ਤਰ੍ਹਾਂ ਮੇਨ ਭਾਸ਼ਾ ਸ਼ੁਰੂਆਤ ਵਾਲੀ ਸੀ ਸੰਸਕ੍ਰਿਤ, ਤੇ ਉਸ ਹਿਸਾਬ ਨਾਲ ਬ੍ਰਹਮੀ ਲਿਪੀ ਤੋਂ ਹੋਰ ਲਿਪੀਆਂ ਦਾ ਨਿਰਮਾਣ ਹੋਇਆ ਤਾਂ ਇੱਕ ਮੇਨ ਲਿਪੀ ਬਣੀ ਜੀ ਨਾਗਰੀ। ਇਸ ਦਾ ਹੀ ਇੱਕ ਬਦਲਿਆ ਹੋਇਆ ਰੂਪ ਸੀ ਅਰਧ ਨਾਗਰੀ, ਜਿਸ ਤੋਂ ਬਣੀ ਗੁਰਮੁਖੀ। ਨਾਗਰੀ ਤੋਂ ਹੀ ਦੇਵਨਾਗਰੀ ਬਣੀ। ਠੀਕ। ਕਲਾਸੀਕਲ ਸੰਸਕ੍ਰਿਤ ਵਿੱਚ ਬਹੁਤ ਸਾਰੀਆਂ ਰਚਨਾਵਾਂ ਜਿਵੇਂ ਮਹਾਕਾਵ, ਗੀਤ, ਲਿਰਿਕਸ, ਨਾਟਕ ਅਤੇ ਵਾਰਤਕ ਦੇ ਰੂਪਾਂ ਵਿੱਚ ਸਾਹਿਤ ਲਿਖਿਆ ਗਿਆ, ਜਾਂ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਗਈਆਂ। ਕਿਹੜੀਆਂ ਰਚਨਾਵਾਂ? ਐਪਿਕਸ, ਮਹਾਕਾਵ, ਬਹੁਤ ਵੱਡੀਆਂ ਕਵਿਤਾਵਾਂ, ਪੂਰਾ ਇੱਕ ਨਾਵਲ ਕਵਿਤਾ ਦੇ ਫਾਰਮ ਵਿੱਚ। ਜਿਸ ਤਰ੍ਹਾਂ ਮਹਾਭਾਰਤ ਆ ਜਾਂ ਰਾਮਾਇਣ ਆ, ਇਹ ਵੀ ਕੀ ਆ? ਮਹਾਕਾਵ ਆ, ਪਰ ਇਹ ਪੁਰਾਣੇ ਟਾਈਮ ਦੇ ਆ। ਇਸ ਸਮੇਂ ਦੌਰਾਨ ਵੀ ਮਹਾਕਾਵ ਲਿਖੇ ਗਏ ਕਵਿਤਾ ਦੀ ਫਾਰਮ ਵਿੱਚ। ਵੱਡੇ ਨਾਵਲ, ਵੱਡੇ ਗ੍ਰੰਥ, ਗੀਤ ਲਿਖੇ ਗਏ, ਨਾਟਕ ਲਿਖੇ ਗਏ ਤੇ ਵਾਰਤਕ। ਇੱਕ ਹੁੰਦਾ ਜੀ ਕਵਿਤਾ, ਇੱਕ ਹੁੰਦਾ ਵਾਰਤਕ। ਕਵਿਤਾ ਤੁਹਾਨੂੰ ਪਤਾ ਜਿਹਦੇ ਵਿੱਚ ਸੁਰ, ਤਾਲ, ਲੈਅ ਵਗੈਰਾ ਹੋਵੇ ਨਾ, ਲਾਈਨਾਂ ਇੱਕ ਦੂਸਰੇ ਨਾਲ ਮਿਲਦੀਆਂ ਹੋਣ, ਇੱਕ ਲੈਅ ਵਿੱਚ ਲਿਖੀਆਂ ਜਾਂਦੀਆਂ ਗੱਲਾਂ, ਉਹ ਹੋ ਗਈ ਕਵਿਤਾ। ਵਾਰਤਕ ਹੁੰਦਾ ਜੀ ਜਿਸ ਤਰ੍ਹਾਂ ਕਹਾਣੀ ਹੋ ਗਈ, ਨਾਵਲ ਹੋ ਗਏ, ਲੇਖ ਹੋ ਗਏ, ਇਹਨੂੰ ਕਹਿੰਦੇ ਵਾਰਤਕ। ਵਾਰਤਕ ਵਿੱਚ ਅਸੀਂ ਆਪਣੀ ਗੱਲਾਂ, ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਹੁਣ ਗੱਲਾਂ ਕਰਦਾ ਪਿਆ, ਇਸ ਤਰ੍ਹਾਂ ਗੱਲਾਂ ਕਹੀਆਂ ਜਾਂਦੀਆਂ, ਉਹਨੂੰ ਕਹਿੰਦੇ ਵਾਰਤਕ ਜਾਂ ਗੱਦ। ਸੰਸਕ੍ਰਿਤ ਦਾ ਸਭ ਤੋਂ ਉੱਤਮ ਸਾਹਿਤ ਗੁਪਤ ਕਾਲ ਦਾ ਹੈ। ਗੁਪਤ ਕਾਲ ਵਿੱਚ ਸੰਸਕ੍ਰਿਤ ਦਾ ਸਭ ਤੋਂ ਉੱਤਮ ਸਾਹਿਤ ਲਿਖਿਆ ਗਿਆ। ਕਾਲੀਦਾਸ ਨੇ ਬਹੁਤ ਰਚਨਾਵਾਂ ਲਿਖੀਆਂ ਸੰਸਕ੍ਰਿਤ ਵਿੱਚ। ਸਮੁੰਦਰ ਗੁਪਤ, ਜੋ ਕਿ ਖੁਦ ਵੀ ਇੱਕ ਮਹਾਨ ਕਵੀ ਸੀ, ਉਸਨੇ ਹਰੀਸੈਨਾ, ਹਰੀਸੇਨ, ਸੈਨਾ ਤਾਂ ਅੰਗਰੇਜ਼ੀ ਵਿੱਚ ਕਵਾਂਗੇ, ਪੰਜਾਬੀ ਵਿੱਚ ਕਵਾਂਗੇ ਹਰੀਸੇਨ, ਸਮੇਤ ਕਈ ਵਿਦਵਾਨਾਂ ਦੀ ਸਰਪ੍ਰਸਤੀ ਕੀਤੀ। ਉਸਨੇ ਵਿਦਵਾਨਾਂ ਨੂੰ ਸਰਪ੍ਰਸਤੀ ਦਿੱਤੀ, ਪੈਟਰੋਨੇਜ ਦਿੱਤੀ। ਠੀਕ। ਉਹਨਾਂ ਨੂੰ ਕੀ ਆ, ਗਿਫਟ ਵਗੈਰਾ, ਉਪਹਾਰ ਵਗੈਰਾ ਦੇ ਕੇ ਉਹਨਾਂ ਨੂੰ ਪ੍ਰਮੋਟ ਕੀਤਾ। ਚੰਦਰਗੁਪਤ ਦੂਜੇ ਦਾ ਦਰਬਾਰ ਮਸ਼ਹੂਰ ਨਵਰਤਨਾਂ ਦੁਆਰਾ ਸ਼ਿੰਗਾਰਿਆ ਹੋਇਆ ਸੀ। ਕਹਿਣ ਦਾ ਮਤਲਬ ਇਹਦੇ ਦਰਬਾਰ ਵਿੱਚ 9 ਰਤਨ ਮੌਜੂਦ ਸਨ। 9 ਰਤਨ ਮਤਲਬ 9 ਉੱਗੇ ਮਹਾਨ ਵਿਦਵਾਨ, ਆਪਣੇ ਫੀਲਡ ਦੇ, ਆਪਣੇ ਖੇਤਰ ਦੇ ਮਹਾਨ ਪੁਰਖ। ਜਿਸ ਤਰ੍ਹਾਂ ਕੋਈ ਕਵੀ ਹੋ ਸਕਦਾ, ਠੀਕ, ਕੋਈ ਮਿਊਜ਼ਿਕ ਦਾ ਹੋ ਸਕਦਾ ਇਸ ਤਰ੍ਹਾਂ, ਤੇ ਕੋਈ ਹੋਰ ਕੋਈ ਇੰਸਟਰੂਮੈਂਟ ਦਾ ਹੋ ਸਕਦਾ, ਕੋਈ ਦਵਾਈਆਂ ਦਾ ਹੋ ਸਕਦਾ, ਕੋਈ ਐਸਟਰੋਨੋਮੀ ਦਾ ਹੋ ਸਕਦਾ। ਇਸ ਤਰ੍ਹਾਂ ਦੇ ਵਿਦਵਾਨ ਸੀ 9 ਨਵਰਤਨ। ਇਹ ਪ੍ਰਸ਼ਨ ਆ ਸਕਦਾ, ਕਿਹੜੇ ਰਾਜਾ ਦੇ ਦਰਬਾਰ ਵਿੱਚ 9 ਰਤਨ ਸਨ? ਨਵਰਤਨ। ਉਹ ਸੀ ਚੰਦਰਗੁਪਤ II ਨਵਰਤਨ, ਜਿਸ ਵਿੱਚ ਕਾਲੀਦਾਸ ਸਭ ਤੋਂ ਪ੍ਰਮੁੱਖ ਸੀ। ਮੇਨ ਬੰਦਾ ਕੌਣ ਸੀ? ਕਾਲੀਦਾਸ। ਕਾਲੀਦਾਸ ਨੂੰ ਇੰਡੀਆ ਦਾ ਸੰਸਕ੍ਰਿਤ ਦਾ ਸ਼ੇਕਸਪੀਅਰ ਕਿਹਾ ਜਾਂਦਾ। ਜਿਸ ਤਰ੍ਹਾਂ ਅੰਗਰੇਜ਼ੀ ਵਿੱਚ ਸ਼ੇਕਸਪੀਅਰ ਆ, ਉਸ ਹਿਸਾਬ ਨਾਲ ਸੰਸਕ੍ਰਿਤ ਦਾ ਮੇਨ ਕੌਣ ਹੋ ਗਿਆ? ਲੇਖਕ, ਇੱਕ ਬਹੁਤ ਉੱਘਾ ਲੇਖਕ ਕਾਲੀਦਾਸ। ਤੇ ਪੰਜਾਬੀ ਦਾ ਕਾਲੀਦਾਸ ਕੌਣ, ਕਿਹਨੂੰ ਕਿਹਾ ਜਾਂਦਾ ਜੀ? ਵਾਰਿਸ ਸ਼ਾਹ ਨੂੰ। ਸੰਸਕ੍ਰਿਤ ਵਿੱਚ ਰਚਿਆ ਨਾਟਕ ਸ਼ਕੁੰਤਲਾ ਉਸ ਦੀ ਸ਼ਾਹਕਾਰ ਰਚਨਾ ਸੀ। ਨਾਟਕ ਦਾ ਡਰਾਮਾ ਕਿਹੜਾ? ਸ਼ਕੁੰਤਲਾ ਨਾਟਕ ਲਿਖਿਆ ਸੀ। ਅਭਿਗਿਆਨ ਸ਼ਕੁੰਤਲਮ ਵੀ ਕਹਿ ਦਿੰਦੇ। ਸ਼ਕੁੰਤਲਾ ਨਾਟਕ ਸੀ ਉਸਦਾ। ਤੁਸੀਂ ਕਹਾਣੀ ਸੁਣੀ ਹੋਵੇਗੀ ਵੀ ਕਿਸ ਤਰ੍ਹਾਂ ਇੱਕ ਰਾਜਾ ਸੀ, ਹਨਾ, ਉਹਦਾ ਵਿਆਹ ਹੋ ਜਾਂਦਾ ਇੱਕ ਜੰਗਲ ਵਿੱਚ ਇੱਕ ਰਿਸ਼ੀ ਦੀ ਕੁੜੀ ਨਾਲ, ਮਤਲਬ ਗੰਧਰਵ ਵਿਆਹ ਕਰ ਲੈਂਦੇ। ਫਿਰ ਉਹ ਆਪਣੀ ਨਿਸ਼ਾਨੀ ਦੇ ਦਿੰਦਾ ਰਾਜਾ ਔਰਤ ਨੂੰ, ਤੇ ਆਪ ਆਪਣੇ ਰਾਜ ਵਿੱਚ ਵਾਪਸ ਆ ਜਾਂਦਾ।
ਔਰਤ ਦੇ ਪੇਟ ਤੋਂ ਇੱਕ ਲੜਕਾ ਪੈਦਾ ਹੁੰਦਾ ਤੇ ਬਾਅਦ ਵਿੱਚ ਜਦੋਂ ਇਹ ਔਰਤ ਰਾਜੇ ਕੋਲ ਜਾਂਦੀ ਆ ਤਾਂ ਰਾਜਾ ਜਾਂ ਰਾਜੇ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਵੀ ਤੂੰ ਕਿਹੜੀ ਜੰਗਲ 'ਚ ਉੱਠ ਕੇ ਆ ਗਈ ਕੁੜੀ। ਤੇ ਇਹ ਫਿਰ ਰਾਜਾ ਵੀ ਭੁੱਲ ਜਾਂਦਾ। ਫਿਰ ਨਾ ਰਾਜੇ ਨੇ ਜਿਹੜੀ ਮੁੰਦਰੀ ਦਿੱਤੀ ਹੁੰਦੀ ਆ ਉਹ ਮੁੰਦਰੀ ਨਦੀ ਵਿੱਚ ਚਲ ਜਾਂਦੀ। ਨਦੀ ਵਿੱਚ ਫਿਰ ਉਸ ਮੁੰਦਰੀ ਨੂੰ ਮਛਲੀ ਖਾ ਲੈਂਦੀ। ਮਛਲੀ ਦੇ ਪੇਟ ਵਿੱਚ ਮਛਲੀ ਚਲ ਜਾਂਦੀ, ਮੁੰਦਰੀ ਚਲ ਜਾਂਦੀ। ਫਿਰ ਉਹੀ ਮਛਲੀ ਮਛੁਆਰੇ ਦੇ ਥਰੂ ਕੀ ਆ ਰਾਜ ਦਰਬਾਰ ਦੇ ਖਾਣੇ ਵਿੱਚ ਪਹੁੰਚ ਜਾਂਦੀ। ਤੇ ਜਦੋਂ ਰਾਜਾ ਖਾਣਾ ਖਾਣ ਲੱਗਦਾ ਤਾਂ ਉਸਦੇ ਪਲੇਟ ਵਿੱਚੋਂ ਮਛਲੀ ਦੇ ਢਿੱਡ ਵਿੱਚੋਂ ਇਹ ਮੁੰਦਰੀ ਨਿਕਲਦੀ। ਫਿਰ ਰਾਜੇ ਨੂੰ ਸਭ ਯਾਦ ਆ ਜਾਂਦਾ ਮੁੰਦਰੀ ਦੇਖ ਕੇ। ਤਾਂ ਫਿਰ ਉਹ ਸਾਰੀ ਛਾਣਬੀਣ ਕਰਦਾ ਤਾਂ ਫਿਰ ਰਾਜੇ ਦਾ ਮਿਲਾਪ ਹੁੰਦਾ ਇਸ ਜੰਗਲ ਦੀ ਲੜਕੀ ਨਾਲ। ਇਹ ਕਹਾਣੀ ਸੀ। ਤਾਂ ਕਹਿੰਦੇ ਕਿ ਉਹ ਲੜਕੇ ਨੂੰ ਬਾਅਦ ਵਿੱਚ ਭਰਤ ਕਿਹਾ ਜਾਂਦਾ ਜੀ। ਤੇ ਮੇਨ ਗੱਲ ਕੀ ਸੀ ਕਿ ਇਹ ਇੱਕ ਨਾਟਕ ਸੀ, ਹੈ ਨਾ। ਵੀ ਕਿਸ ਤਰ੍ਹਾਂ ਦੇਖੋ ਨਾ ਡਰਾਮਾ ਬਣਿਆ ਵੀ ਰਾਜਾ ਭੁੱਲ ਗਿਆ। ਫਿਰ ਉਹ ਮੁੰਦਰੀ ਦੇ ਜ਼ਰੀਏ ਉਹ ਮੁੰਦਰੀ ਕਿਸ ਤਰ੍ਹਾਂ ਫਿਰ ਹੈ ਨਾ ਪਾਣੀ 'ਚ ਚਲ ਜਾਂਦੀ, ਨਦੀ 'ਚ ਚਲ ਜਾਂਦੀ, ਮਛਲੀ ਦੇ ਪੇਟ ਵਿੱਚ ਚਲ ਜਾਂਦੀ। ਫਿਰ ਮਛਲੀ ਰਾਜ ਦਰਬਾਰ ਤੱਕ ਪਹੁੰਚ ਜਾਂਦੀ ਹੈ ਨਾ ਖਾਣੇ ਦੇ ਰੂਪ ਵਿੱਚ। ਇਹ ਕਰਦੇ 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 ਐਂਡ 'ਚ ਮੁੰਦਰੀ ਰਾਜੇ ਕੋਲ ਪਹੁੰਚ ਜਾਂਦੀ ਅਤੇ ਮੁੰਦਰੀ ਨੂੰ ਦੇਖ ਕੇ ਰਾਜੇ ਨੂੰ ਪੁਰਾਣੀਆਂ ਗੱਲਾਂ ਸਾਰੀਆਂ ਯਾਦ ਆ ਜਾਂਦੀਆਂ। ਇਹ ਇੱਕ ਆਪਣਾ ਡਰਾਮਾ ਜੀ, ਇਹ DD ਨੈਸ਼ਨਲ 'ਤੇ ਆਉਂਦਾ ਰਿਹਾ ਪਹਿਲਾਂ। ਅਤੇ ਇਹ ਹੈ ਕਾਲੀਦਾਸ ਦਾ ਨਾਟਕ ਸ਼ਕੁੰਤਲਾ, ਬੜਾ ਫੇਮਸ ਆ। ਉਸਨੂੰ ਜਾਂ ਇਸ ਨੂੰ ਦੁਨੀਆ ਦੀਆਂ 100 ਵਧੀਆ ਕਿਤਾਬਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸ਼ਕੁੰਤਲਾ ਨੂੰ, ਸ਼ਕੁੰਤਲਾ ਵਾਲੀ ਕਿਤਾਬ ਨੂੰ, ਅਭਿਗਿਆਨ ਸ਼ਕੁੰਤਲਮ ਨੂੰ। ਉਸਨੇ ਮਾਲ ਵਿਕਾਗਨੀ ਮਿੱਤਰ ਅਤੇ ਵਿਕਰਮੋੜ ਵਾਸ਼ਿਆ ਨਾਮਕ 2 ਹੋਰ ਨਾਟਕ ਲਿਖੇ। ਠੀਕ, ਮੈਂ ਨਾ ਇਹਨੂੰ ਇਸ ਤਰ੍ਹਾਂ ਯਾਦ ਕੀਤਾ ਸੀਗਾ, MVA, ਇਸ ਤਰ੍ਹਾਂ ਯਾਦ ਕੀਤਾ ਸੀ MVA। ਇਹ 3 ਨਾਟਕ ਸੀ ਜੀ। ਕਵੀ ਕਾਲੀਦਾਸ ਦੇ 3 ਨਾਟਕ ਸੀ MVA। ਵਿਕਰਮੋੜ ਵਾਸ਼ਿਆ ਮਾਲ ਵਿਕਾਗਨੀ, ਵਿਕਰਮੋੜ ਬਖਸ਼ਿਆ ਮਾਲ ਵਿਕਾਗਨੀ ਮਿੱਤਰ, M ਤੋਂ ਮਾਲ ਵਿਕਾਗਨੀ ਮਿੱਤਰ, B ਤੋਂ ਵਿਕਰਮੋੜ ਵਾਸ਼ਿਆ ਤੇ A ਤੋਂ ਅਭਿਗਿਆਨ ਸ਼ਕੁੰਤਲਮ। ਅਭਿਗਿਆਨ ਸ਼ਕੁੰਤਲਮ, ਇਹ 3 ਇਹਦੇ ਸੀ ਨਾਟਕ। ਇਹ ਨਾਟਕ ਹੋ ਗਏ। ਉਸ ਦੇ 2 ਪ੍ਰਸਿੱਧ ਮਹਾਂਕਾਵ ਹਨ। ਮਹਾਂਕਾਵ, 2 ਪ੍ਰਸਿੱਧ ਮਹਾਂਕਾਵ, ਕਾਫੀ ਵੱਡੀਆਂ ਕਵਿਤਾਵਾਂ, ਮਤਲਬ ਕਵਿਤਾ ਦੇ ਰੂਪ ਵਿੱਚ ਲਿਖਿਆ ਗਿਆ ਨਾਵਲ, ਵੱਡੀ ਕਿਤਾਬ, ਰਘੂਵੰਸ਼ ਅਤੇ ਕੁਮਾਰ ਸੰਭਵ। ਕਿਹੜਾ ਕਿਹੜਾ? ਰਘੂਵੰਸ਼ ਅਤੇ ਕੁਮਾਰ ਸੰਭਵ। ਇਹ 2 ਉਸਨੇ 2 ਕੀ ਸੀ? ਮਹਾਂਕਾਵ ਸੀ। ਕਿਸ ਦੁਆਰਾ ਲਿਖਿਆ ਗਿਆ? ਕਾਲੀਦਾਸ। ਠੀਕ ਹੈ ਜੀ, ਇਹ ਸਾਰੇ ਯਾਦ ਕਰ ਲਿਓ, ਇਹ ਇੰਪੋਰਟੈਂਟ ਆ। ਕਾਲੀਦਾਸ ਦੀਆਂ ਫੇਮਸ ਰਚਨਾਵਾਂ ਯਾਦ ਰੱਖਿਓ। 3 ਨਾਟਕ ਹੋ ਗਏ, 2 ਮਹਾਂਕਾਵ ਹੋ ਗਏ ਤੇ 2 ਪ੍ਰਸਿੱਧ ਗੀਤ। 2 ਪ੍ਰਸਿੱਧ ਗੀਤ ਸੀ ਉਸਦੇ। ਉਹ ਕਿਹੜੇ ਸੀ? ਰਿਤੂ ਸੰਹਾਰ ਅਤੇ ਮੇਘਦੂਤ। ਰਿਤੂ ਸੰਹਾਰ ਅਤੇ ਮੇਘਦੂਤ। ਇਹਨਾਂ ਨੂੰ ਯਾਦ ਕਰਨਾ ਵੀ ਥੋੜਾ ਸੌਖਾ ਹੈ ਕਿਉਂਕਿ ਦੇਖੋ ਨਾ, ਰਿਤੂ ਸੰਹਾਰ ਇਹ ਰਿਤੂ ਉੱਤੇ ਆ, ਮੇਘਦੂਤ ਇਹ ਵੀ ਮੇਘ ਬੱਦਲਾਂ ਬਾਰੇ ਆ। ਤਾਂ ਜੋ ਤਾਂ ਕੁਦਰਤ ਬਾਰੇ ਗੱਲਾਂ ਕਹੀਆਂ ਉਹ ਕੀ ਆ? ਗੀਤ ਆ ਉਹਨਾਂ ਦੇ। ਭਾਰਤ ਇੱਕ ਖੋਜ ਵਿੱਚ ਇਹ ਗੀਤ ਦਰਸਾਏ ਗਏ ਆ। ਭਾਰਤ ਇੱਕ ਖੋਜ ਵਿੱਚ ਜੋ ਕਾਲੀਦਾਸ ਉੱਤੇ ਐਪੀਸੋਡ ਆ ਉਹਦੇ ਵਿੱਚ ਇਸ ਤਰ੍ਹਾਂ ਦੇ ਗੀਤ ਦਰਸਾਏ ਗਏ ਆ, ਗਾਉਂਦੇ ਹੋਏ ਦਿਖਾਏ ਗਏ ਆ। ਮੇਘਦੂਤ ਹੋ ਗਏ ਬੱਦਲ, ਮੇਘ ਤੋਂ ਬਣਿਆ ਬੱਦਲ, ਤੇ ਰਿਤੂ ਸੰਹਾਰ ਰਿਤੂ ਸੀਜ਼ਨ। ਤੇ ਇਹ 2 ਕੀ ਆ? ਪ੍ਰਸਿੱਧ ਗੀਤ ਆ। ਕਿਹਨਾਂ ਦੇ? ਕਾਲੀਦਾਸ ਦੇ। ਇਹ ਤੁਸੀਂ ਯਾਦ ਕਰ ਲੈਣੇ ਸਾਰੇ, ਗੀਤ ਕਰ ਲੈਣੇ ਯਾਦ, ਮਹਾਂਕਾਵ ਕਿਹੜੇ ਸੀ ਤੇ ਨਾਟਕ ਕਿਹੜੇ ਸੀ। ਵਿਸ਼ਾਖ ਦੱਤ ਇਸ ਕਾਲ ਦਾ ਇੱਕ ਹੋਰ ਪ੍ਰਸਿੱਧ ਲੇਖਕ ਸੀ। ਵਿਸ਼ਾਖ ਦੱਤ ਅਸੀਂ ਪੜ੍ਹਿਆ ਥੋੜਾ ਪਹਿਲਾਂ ਵੀ। ਵਿਸ਼ਾਖ ਦੱਤ ਇਸਨੇ ਜੋ ਮੁਦਰਾ ਰਾਖਸ਼ ਲਿਖਿਆ ਉਹ ਚਾਹੇ ਗੁਪਤ ਕਾਲ ਵਿੱਚ ਲਿਖਿਆ ਪਰ ਉਹ ਦੱਸਦਾ ਕੀ ਆ? ਮੌਰਿਆ ਰਾਜਵੰਸ਼ ਬਾਰੇ ਦੱਸਦਾ। ਮੌਰਿਆ ਰਾਜ ਵਿੱਚ ਕਿਸ ਤਰ੍ਹਾਂ ਚਾਣਕਿਆ ਨੇ ਹੈਲਪ ਕੀਤੀ ਚੰਦਰਗੁਪਤ ਮੌਰਿਆ ਦੀ ਸਾਮਰਾਜ ਹਾਸਲ ਕਰਨ ਵਿੱਚ, ਸਿੰਘਾਸਨ ਤੇ ਬੈਠਣ ਵਿੱਚ, ਬਾਦਸ਼ਾਹ ਬਣਨ ਵਿੱਚ। ਉਹ ਸੀ ਮੁਦਰਾ ਰਾਖਸ਼। ਕਿਹਨੇ ਲਿਖਿਆ? ਵਿਸ਼ਾਖ ਦੱਤ ਨੇ। ਚਾਹੇ ਲਿਖਿਆ ਗਿਆ ਗੁਪਤ ਕਾਲ ਵਿੱਚ ਪਰ ਇਹ ਦੱਸਦਾ ਕਿਹਨਾਂ ਬਾਰੇ ਆ? ਮੌਰੀਅਨ ਪੀਪਲ ਬਾਰੇ ਦੱਸਦਾ, ਮੌਰਿਆ, ਚੰਦਰਗੁਪਤ ਮੌਰਿਆ ਬਾਰੇ। 2 ਸੰਸਕ੍ਰਿਤ ਨਾਟਕ ਸੀ ਉਸਦੇ ਵਿਸ਼ਾਖ ਦੱਤ ਦੇ। ਇੱਕ ਸੀ ਮੁਦਰਾ ਰਾਖਸ਼ ਤੇ ਦੂਸਰਾ ਸੀ ਦੇਵੀ ਚੰਦਰਗੁਪਤ। ਦੇਵੀ ਚੰਦਰਗੁਪਤ ਇਹ ਗੁਪਤਾਂ ਬਾਰੇ ਦੱਸਦਾ ਸੀ ਜੀ। ਇਹ 2 ਨਾਟਕ ਹੋ ਗਏ ਵਿਸ਼ਾਖ ਦੱਤ ਦੇ। ਇਹ ਤੁਸੀਂ ਰੱਟੇ ਲਾ ਲੈਣੇ ਆ ਲਿਖ ਲਿਖ ਕੇ ਨਾ। ਵਿਸ਼ਾਖ ਦੱਤ ਦੇ 2 ਨਾਟਕ, ਮੁਦਰਾ ਰਾਖਸ਼ ਅਤੇ ਦੇਵੀ ਚੰਦਰਗੁਪਤ। ਸ਼ੁਦਰਕ
ਇਹ ਹੋ ਗਿਆ ਤੀਸਰਾ ਰਾਈਟਰ ਸ਼ੁਦਰਕ। ਇਸ ਯੁੱਗ ਦਾ ਇੱਕ ਪ੍ਰਸਿੱਧ ਕਵੀ ਸੀ, ਇੱਕ ਹੋਰ ਕਵੀ ਸੀ ਜੀ ਸ਼ੁਦਰਕ, ਅਤੇ ਉਸ ਦੀ ਕਿਤਾਬ ਮਿਰਚ ਕਟਿਕਾ। ਮਿਰਚ ਕਟਿਕਾ ਕਿਤਾਬ ਦਾ ਕੀ ਨਾਮ? ਮਿਰਚ ਕਟਿਕਾ। ਇਹ ਹਾਸੇ ਅਤੇ ਵਿਅੰਗ ਨਾਲ ਭਰਪੂਰ ਹੈ, ਸਰਕਾਸਟਿਕ। ਪੜ੍ਹ ਕੇ ਸਾਨੂੰ ਹਿਊਮਰ ਵੀ ਮਿਲਦਾ, ਹਾਸਾ ਵੀ ਆਉਂਦਾ, ਇਹਦੇ ਵਿੱਚ ਵਿਅੰਗ ਵੀ ਕੱਸੇ ਗਏ ਆ, ਕਟਾਕਸ਼ ਕੀਤਾ ਗਿਆ ਜੀ, ਵਿਅੰਗ ਕੀਤਾ ਗਿਆ ਆ। ਸ਼ੁਦਰਕ ਦੀ ਕਿਤਾਬ ਮਿਰਚ ਕਟਿਕਾ। ਠੀਕ ਹੈ ਜੀ, ਤੁਸੀਂ ਇਸ ਤਰ੍ਹਾਂ ਯਾਦ ਕਰ ਲਿਓ। ਮਿਰਚ, ਮਿਰਚ ਦਾ ਮਤਲਬ ਕੁਛ ਤਿੱਖਾ, ਬਸ ਤਿੱਖੇ ਤਿੱਖੇ ਵਾਰ ਕੀਤੇ ਹਨ, ਵਿੱਚ ਹਾਸਾ ਵੀ ਆਉਂਦਾ ਆ। ਠੀਕ ਹੈ ਜੀ, ਮਿਰਚ ਕਟਿਕਾ ਸ਼ੁਦਰਕ ਨੇ ਲਿਖਿਆ। ਭਾਰਵੀ ਦੀ ਕਿਤਾਬ ਕਿਹੜੀ ਆ? ਕ੍ਰਿਤਅਰਜੁਨੀਆ। ਅਰਜੁਨ ਅਤੇ ਸ਼ਿਵ ਦੇ ਟਕਰਾਅ ਦੀ ਕਹਾਣੀ ਹੈ। ਇਹਦੇ ਵਿੱਚ ਅਰਜੁਨ ਤੇ ਸ਼ਿਵ ਵਿਚਕਾਰ ਟਕਰਾਅ ਹੁੰਦਾ ਜੀ। ਇਹ ਤੁਸੀਂ ਇਸ ਤਰ੍ਹਾਂ ਯਾਦ ਕਰ ਲਿਓ। ਭਾਰਵੀ ਕ੍ਰਿਤਅਰਜੁਨੀਆ। ਦੇਖੋ ਅਰਜੁਨ ਨਾਮ ਆ ਰਿਹਾ ਵਿੱਚ ਇਹਦੇ, ਅਰਜੁਨ। ਉਹਦੇ ਵਿੱਚ ਅਰਜੁਨ ਤੇ ਸ਼ਿਵ ਦੇ ਟਕਰਾਅ ਦੀ ਕਹਾਣੀ ਆ। ਠੀਕ, ਅੱਗੇ ਦੇਖੋ ਜੀ, ਡਾਂਡੀ ਸਿੱਧਾ ਡਾਂਡਿਨ ਹੋ ਗਿਆ ਇੰਗਲਿਸ਼ ਵਿੱਚ, ਡਾਂਡੀ ਹੋ ਗਿਆ ਪੰਜਾਬੀ ਵਿੱਚ। ਡਾਂਡੀ ਦਾ ਕਾਵ ਆਦਰਸ਼ ਅਤੇ ਦਾਸ ਕੁਮਾਰ ਚਰਿਤ, ਇਹ ਦੋ ਹੋ ਗਏ ਜੀ। ਡਾਂਡਿਨ ਜਿਹੜਾ ਬੰਦਾ ਸੀ ਉਹ ਕਾਵ ਆਦਰਸ਼ ਅਤੇ ਦਾਸ ਕੁਮਾਰ ਚਰਿਤ ਦਾ ਲੇਖਕ ਸੀ। ਠੀਕ ਹੈ ਜੀ, ਇੰਨਾ ਵੀ ਜ਼ਿਆਦਾ ਇੰਪੋਰਟੈਂਟ ਨਹੀਂ, ਠੀਕ ਠਾਕ। ਇਸ ਕਾਲ ਦੀ ਇੱਕ ਹੋਰ ਮਹੱਤਵਪੂਰਨ ਰਚਨਾ ਵਾਸ਼ਵਦੱਤ ਸੀ। ਵਾਸ਼ਵਦੱਤ, ਜੋ ਸ਼ੁਭੰਤੂ ਦੁਆਰਾ ਲਿਖੀ ਗਈ ਸੀ। ਸ਼ੁਭੰਤੂ ਦੁਆਰਾ ਲਿਖੀ ਗਈ ਵਾਸ਼ਵਦੱਤ। ਹੁਣ ਤੁਸੀਂ ਇਹ ਮਨ 'ਚ ਯਾਦ ਰੱਖਣਾ, ਜੇ ਤਾਂ ਹੈ ਪੇਪਰ UPSC ਦਾ, ਫਿਰ ਤਾਂ ਆਹ ਟਫ ਚੀਜ਼ਾਂ ਵੀ ਪੁੱਛੀਆਂ ਜਾ ਸਕਦੀਆਂ। ਤਾਂ ਜੇ ਪੇਪਰ ਸਟੇਟ ਲੈਵਲ ਦਾ ਆ ਤਾਂ ਫਿਰ ਕਾਲੀਦਾਸ ਜ਼ਿਆਦਾ ਫੇਮਸ ਹੋ ਗਿਆ ਤੇ ਵਿਸ਼ਾਖਦੱਤ ਜ਼ਿਆਦਾ ਫੇਮਸ ਹੋ ਗਿਆ। ਅੱਗੇ ਜੀ, ਪੰਚਤੰਤਰ ਦੀਆਂ ਕਹਾਣੀਆਂ। ਪੰਚਤੰਤਰ ਦੀਆਂ ਕਹਾਣੀਆਂ ਦਾ ਲੇਖਕ ਕੌਣ ਸੀ? ਵਿਸ਼ਨੂੰ ਸ਼ਰਮਾ। ਬਹੁਤ ਇੰਪੋਰਟੈਂਟ, ਬਹੁਤ ਜ਼ਰੂਰੀ। ਪੰਚਤੰਤਰ ਦੀਆਂ ਕਹਾਣੀਆਂ ਵਿਸ਼ਨੂੰ ਸ਼ਰਮਾ ਦੁਆਰਾ ਗੁਪਤ ਕਾਲ ਦੌਰਾਨ ਰਚੀਆਂ ਗਈਆਂ ਸਨ। ਇਹ ਵੀ ਇਸੇ ਸਮੇਂ ਦੌਰਾਨ ਰਚੀ ਗਈ। ਪੰਚਤੰਤਰ ਦੀਆਂ ਕਹਾਣੀਆਂ ਨੈਤਿਕ ਕਥਾਵਾਂ ਆ, ਜਿਹਦੇ ਵਿੱਚ ਸਾਨੂੰ ਸਿੱਖਿਆਵਾਂ ਦਿੰਦੇ ਆ ਨੈਤਿਕ ਬਣਨ ਦੀ, ਸਦਾਚਾਰ ਬਣਨ ਦੀ। ਕਿਹੜੀਆਂ? ਪੰਚਤੰਤਰ। ਬੋਧੀ ਲੇਖਕ ਅਮਰ ਸਿਨਹਾ ਨੇ ਵੀ ਅਮਰਕੋਸ਼ ਨਾਮਕ ਇੱਕ ਕੋਸ਼ ਸੰਕਲਿਤ ਕੀਤਾ। ਬੋਧੀ ਲੇਖਕ ਕਿਹੜਾ? ਅਮਰ ਸਿਨਹਾ ਨੇ ਇੱਕ ਕੋਸ਼ ਹੁੰਦਾ ਜੀ, ਲੈਕਸੀਕਨ ਮਤਲਬ ਡਿਕਸ਼ਨਰੀ, ਇੱਕ ਡਿਕਸ਼ਨਰੀ ਬਣਾਈ ਉਹ, ਜਿਹਦਾ ਨਾਂ ਸੀ ਅਮਰਕੋਸ਼। ਠੀਕ, ਆਪਣੇ ਮੌਜੂਦਾ ਰੂਪ ਵਿੱਚ ਪੁਰਾਣਾਂ ਦੀ ਰਚਨਾ ਇਸ ਸਮੇਂ ਦੌਰਾਨ ਹੋਈ। ਪੁਰਾਣ, ਜੋ ਸਾਨੂੰ ਅੱਜ ਦੇ ਦੌਰ 'ਚ ਪੁਰਾਣ ਮਿਲਦੇ ਨਾ, ਵੇਦ ਪੁਰਾਣ ਧਾਰਮਿਕ ਗ੍ਰੰਥ, ਉਹ ਵੀ ਇਸੇ ਦੌਰ ਵਿੱਚ ਲਿਖੇ ਗਏ। ਇਹ ਪੁਰਾਣ ਬਾਅਦ ਵਿੱਚ ਲਿਖੇ ਗਏ ਆ, ਵੇਦਾਂ ਤੋਂ ਕਾਫੀ ਸਮੇਂ ਬਾਅਦ, ਗੁਪਤ ਪੀਰੀਅਡ ਵਿੱਚ। ਤੇ 18 ਪੁਰਾਣ ਹਨ। ਇਹਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਭਾਗਵਤ, ਵਿਸ਼ਨੂੰ, ਵਾਯੂ ਅਤੇ ਮਤਸਿਆ ਪੁਰਾਣ ਹਨ। ਮਤਸਿਆ ਪੁਰਾਣ, ਇਹਨਾਂ ਵਿੱਚ ਨਾ ਜਿਹੜੇ ਭਗਵਾਨ ਸੀ ਹਿੰਦੂਆਂ ਦੇ, ਉਹਨਾਂ ਬਾਰੇ ਕਹਾਣੀਆਂ ਆ ਵੀ ਭਗਵਾਨ ਨੇ ਮਤਸਿਆ ਰੂਪ ਧਾਰਨ ਕੀਤਾ, ਹਨਾ। ਭਾਗਵਤ ਪੁਰਾਣ ਦੀ ਕਥਾ, ਵਿਸ਼ਨੂੰ ਪੁਰਾਣ, ਵਾਯੂ ਪੁਰਾਣ, ਇਸ ਤਰ੍ਹਾਂ ਦੀਆਂ ਇਹ ਕਿਤਾਬਾਂ ਸਨ। ਉਹਨਾਂ ਦੇ ਭਗਵਾਨਾਂ ਬਾਰੇ ਗੱਲਾਂ ਜ਼ਿਆਦਾ ਸੀ, ਹੋਰ ਗੱਲਾਂ ਵੀ ਸੀ, ਪਰ ਮੇਨ ਉਹਨਾਂ ਦੇ ਭਗਵਾਨਾਂ ਦੇ ਡਿਫਰੈਂਟ ਅਵਤਾਰਾਂ ਬਾਰੇ ਗੱਲਾਂ ਸੀ। ਇਸ ਸਮੇਂ ਦੌਰਾਨ ਮਹਾਭਾਰਤ ਅਤੇ ਰਾਮਾਇਣ ਨੂੰ ਅੰਤਿਮ ਰੂਪ ਦਿੱਤਾ ਗਿਆ। ਲੋਕਾਂ ਵਿੱਚ ਕਈ ਤਰ੍ਹਾਂ ਦੇ ਸੀਗੀਆਂ ਵਰਜਨ ਪ੍ਰਚਲਿਤ ਸੀ। ਵਰਜਨ ਮਤਲਬ ਕਿ ਕਈ ਪ੍ਰਕਾਰ ਦੀ ਰਾਮਾਇਣਾਂ ਸੀਗੀਆਂ, ਤਾਂ ਇੱਕ ਖਾਸ ਰੂਪ ਦਿੱਤਾ ਗਿਆ, ਅੰਤਿਮ ਰੂਪ ਦਿੱਤਾ ਗਿਆ ਵੀ ਆਹ ਕਹਾਣੀਆਂ ਅਸਲੀ, ਅਤੇ ਇਹ ਮੌਜੂਦਾ ਰੂਪ ਵਿੱਚ ਲਿਖੇ ਗਏ। ਹੁਣ ਇਹ ਲਿਖੇ ਗਏ, ਪਹਿਲਾਂ ਕਹਾਣੀਆਂ ਮੂੰਹੋਂ ਅੱਗੇ ਚੱਲਦੀਆਂ ਸੀ, ਹੁਣ ਡੈਫੀਨਿਟ ਰੂਪ ਦੇ ਕੇ ਇਹਨਾਂ ਨੂੰ ਲਿਖ ਦਿੱਤਾ ਗਿਆ। ਵਿਗਿਆਨ ਦੇ ਖੇਤਰ ਵਿੱਚ ਦੇਖ ਲਓ ਜੀ ਕੀ ਉੱਨਤੀ ਕੀਤੀ। ਗੁਪਤਾ ਕਾਲ ਵਿੱਚ ਗਣਿਤ, ਖਗੋਲ ਵਿਗਿਆਨ, ਖਗੋਲ ਹੁੰਦਾ ਜੀ ਆ ਤੁਹਾਡਾ ਐਸਟਰੋਨੋਮੀ, ਗ੍ਰਹਿਾਂ ਬਾਰੇ, ਐਸਟਰੋਲੋਜਰ ਨਹੀਂ, ਜਿਸ ਤਰ੍ਹਾਂ ਐਸਟਰੋਨੋਮੀ ਅੰਗਰੇਜ਼ੀ ਵਿੱਚ ਕਹਿ ਦਈਏ ਅਸੀਂ, ਆ ਜਿਹੜੇ ਉੱਪਰਲੇ ਗ੍ਰਹਿਾਂ ਵਗੈਰਾ ਦੀ ਖੋਜ ਪੜਤਾਲ ਕਰਦੇ ਆ। ਖਗੋਲ, ਹੁਣ ਕਹਿੰਦੀ ਖਗੋਲ ਵਿਗਿਆਨ, ਜੋਤਿਸ਼ ਅਤੇ ਦਵਾਈ ਦੇ ਖੇਤਰ ਵਿੱਚ ਇੱਕ ਸ਼ਾਨਦਾਰ ਗਤੀਵਿਧੀ ਦੇਖੀ ਗਈ। ਸ਼ਾਨਦਾਰ ਕੀ ਆ? ਵਿਕਾਸ ਦੇਖਿਆ ਗਿਆ। ਆਹ ਸਾਰਿਆਂ ਵਿੱਚ
ਗਣਿਤ, ਐਸਟਰੋਨੋਮੀ, ਐਸਟਰੋਨੋਮੀ ਨੂੰ ਕਹਿੰਦੇ ਪੰਜਾਬੀ ਵਿੱਚ ਖਗੋਲ ਵਿਗਿਆਨ, ਤੇ ਐਸਟਰੋਲੋਜੀ, ਜੋਤਿਸ਼ ਨੂੰ ਕਹਿੰਦੇ ਐਸਟਰੋਲੋਜੀ, ਐਂਡ ਮੈਡੀਸਿਨ, ਦਵਾਈ। ਇਹਨਾਂ ਸਾਰਿਆਂ ਦੇ ਖੇਤਰ ਵਿੱਚ ਕਾਫੀ ਵਿਕਾਸ ਦੇਖਿਆ ਗਿਆ। ਆਰਿਆਭੱਟ ਇੱਕ ਮਹਾਨ ਗਣਿਤ ਸ਼ਾਸਤਰੀ ਅਤੇ ਖਗੋਲ ਵਿਗਿਆਨੀ ਸੀ। ਆਰਿਆਭੱਟ ਮੈਥਮੈਟੀਸ਼ੀਅਨ ਸੀ, ਗਣਿਤ ਸ਼ਾਸਤਰੀ ਅਤੇ ਐਸਟਰੋਨੋਮਰ, ਖਗੋਲ ਵਿਗਿਆਨੀ ਸੀ। ਉਸਨੇ 499 ਈਸਵੀ ਵਿੱਚ ਆਰਿਆਭੱਟੀਆ ਨਾਮਕ ਕਿਤਾਬ ਲਿਖੀ ਜੋ ਗਣਿਤ ਅਤੇ ਖਗੋਲ ਵਿਗਿਆਨ ਨਾਲ ਸੰਬੰਧਿਤ ਹੈ। ਤਾਂ ਆਰਿਆਭੱਟ ਦਾ ਲੇਖਕ ਕੌਣ ਆ? ਆਰਿਆਭੱਟੀਆ ਦਾ ਲੇਖਕ ਕੌਣ ਆ? ਆਰਿਆਭੱਟ। ਇਹ ਵਿਗਿਆਨਿਕ ਤੌਰ ਤੇ ਸੂਰਜ ਅਤੇ ਚੰਦਰ ਗ੍ਰਹਿਣ ਦੀ ਮੌਜੂਦਗੀ ਦੀ ਵਿਆਖਿਆ ਕਰਦਾ ਹੈ। ਗ੍ਰਹਿਣ ਕਿਸ ਤਰ੍ਹਾਂ ਲੱਗਦੇ ਆ ਉਸ ਬਾਰੇ ਦੱਸਦਾ ਜੀ ਇਹ ਕਿਤਾਬ ਆਰਿਆਭੱਟੀਆ। ਆਰਿਆਭੱਟ ਨੇ ਸਭ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਧਰਤੀ ਗੋਲ ਦਾ ਆਕਾਰ ਹੈ। ਆਕਾਰ ਕਿਸ ਤਰ੍ਹਾਂ ਦਾ? ਗੋਲ ਹੈ ਅਤੇ ਇਹ ਆਪਣੇ ਧੁਰੇ ਦੇ ਦੁਆਲੇ ਘੁੰਮਦੀ ਹੈ। ਇਹ ਗੱਲ ਕਿਸਨੇ ਕਹੀ ਸੀ? ਆਰਿਆਭੱਟ ਨੇ। ਹਾਲਾਂਕਿ ਇਹਨਾਂ ਵਿਚਾਰਾਂ ਨੂੰ ਬ੍ਰਾਹਮੀਹਿਰਾ ਅਤੇ ਬ੍ਰਹਮਗੁਪਤ ਵਰਗੇ ਬਾਅਦ ਦੇ ਖਗੋਲ ਵਿਗਿਆਨੀਆਂ ਦੁਆਰਾ ਰੱਦ ਕਰ ਦਿੱਤਾ ਗਿਆ ਸੀ। ਠੀਕ ਹੈ ਜੀ, ਇਹ ਗੱਲ ਹੋ ਗਈ। ਮੇਨ ਗੱਲ ਕਹਿਣੀ ਹੈ ਕਿ ਆਰਿਆਭੱਟ ਹੋਇਆ ਇਸ ਟਾਈਮ ਵਿੱਚ। ਬ੍ਰਹਮੀਹਿਰ ਦੀ ਗੱਲ ਕਰ ਲਈਏ ਜੀ, ਉਹ ਵੀ ਇਸੇ ਸਮੇਂ ਹੋਇਆ, ਗੁਪਤ ਕਾਲ ਵਿੱਚ ਹੀ ਹੋਇਆ ਜੀ। ਇਹ ਫੇਮਸ, ਇਹ ਵੀ ਮੈਥਮੈਟੀਸ਼ੀਅਨ ਸੀ। ਬ੍ਰਹਮੀਹਿਰ ਨੇ ਪੰਜ ਸਿਧਾਂਤਕ ਨਾਮਕ ਰਚਨਾ ਕੀਤੀ ਜੋ ਕਿ ਪੰਜ ਖਗੋਲੀ ਪ੍ਰਣਾਲੀਆਂ ਸਨ। ਖਗੋਲੀ ਐਸਟਰੋਨੋਮੀ ਨਾਲ ਸੰਬੰਧਿਤ ਪ੍ਰਣਾਲੀਆਂ ਕਿਹੜੀਆਂ ਸੀ? ਪੰਜ ਸਿਧਾਂਤ। ਸਿੰਪਲ ਤੁਸੀਂ ਕਹਿ ਲਓ, ਉਸਨੇ ਪੰਜ ਸਿਧਾਂਤਿਕ ਰਚਨਾ ਕੀਤੀ, ਆਪਣੀ ਥਿਊਰੀ ਦਿੱਤੀ। ਇਹ ਕਿਸ ਨਾਲ ਸੰਬੰਧਿਤ ਸੀ? ਐਸਟਰੋਨੋਮੀ ਨਾਲ। ਠੀਕ, ਖਗੋਲ ਪ੍ਰਣਾਲੀਆਂ, ਖਗੋਲ ਵਿਗਿਆਨ ਨਾਲ ਸੰਬੰਧਿਤ ਸੀ। ਉਹ ਜੋਤਿਸ਼ ਵਿਦਿਆ ਦਾ ਵੀ ਬਹੁਤ ਵੱਡਾ ਗਿਆਤਾ ਸੀ। ਐਸਟਰੋਲੋਜੀ, ਜੋਤਿਸ਼ ਮਤਲਬ ਐਸਟਰੋਲੋਜੀ। ਉਸਦੀ ਰਚਨਾ ਬ੍ਰਿਹਦ ਸੰਹਿਤਾ ਕਿਹਦੀ ਹੈ ਰਚਨਾ? ਬ੍ਰਾਹਮੀਹਿਰ ਦੀ। ਸੰਸਕ੍ਰਿਤ ਸਾਹਿਤ ਦੀ ਇੱਕ ਮਹਾਨ ਰਚਨਾ ਹੈ। ਬ੍ਰਿਹਦ ਸੰਹਿਤਾ ਹੋ ਗਈ ਜੀ ਕਿਤਾਬ। ਬ੍ਰਿਹਦ ਸੰਹਿਤਾ ਕਿਹਨੇ ਲਿਖੀ? ਬ੍ਰਾਹਮੀਹਿਰ ਨੇ। ਕਿਹੜੀ ਭਾਸ਼ਾ ਵਿੱਚ ਲਿਖੀ? ਸੰਸਕ੍ਰਿਤ ਵਿੱਚ। ਠੀਕ, ਕਿਸ ਟੌਪਿਕ ਤੇ ਲਿਖੀ? ਟੌਪਿਕ ਤੇ ਲਿਖੀ। ਇਹ ਖਗੋਲ ਵਿਗਿਆਨ ਮਤਲਬ ਐਸਟਰੋਲੋਜੀ, ਖਗੋਲ ਵਿਗਿਆਨ ਮਤਲਬ ਐਸਟਰੋਨੋਮੀ, ਗ੍ਰਹਿਾਂ ਬਾਰੇ, ਧਰਤੀ, ਹੋਰ ਗ੍ਰਹਿ, ਸੂਰਜ, ਚੰਦਰਮਾ, ਇਹਨਾਂ ਬਾਰੇ ਗੱਲਾਂ। ਐਸਟਰੋਲੋਜੀ, ਜੋਤਿਸ਼ ਬਾਰੇ ਗੱਲਾਂ। ਭੂਗੋਲ, ਜੋਗਰਾਫੀ ਬਾਰੇ ਗੱਲਾਂ। ਆਰਕੀਟੈਕਚਰ ਬਾਰੇ ਗੱਲਾਂ, ਭਵਨ ਨਿਰਮਾਣ ਦੇ ਬਾਰੇ ਗੱਲਾਂ। ਮੌਸਮ ਬਾਰੇ, ਜਾਨਵਰਾਂ ਬਾਰੇ, ਵਿਆਹ ਵਗੈਰਾ, ਉਸ ਸਮੇਂ ਦੇ ਜਿਹੜੇ ਮੈਰਿਜਸ ਕਿਸ ਤਰ੍ਹਾਂ ਸੀ, ਜੋ ਵੀ ਹੈ, ਤੇ ਸ਼ਗਨ ਅਪਸ਼ਗਨ, ਓਮੈਨਸ, ਇਹਨਾਂ ਵਰਗੇ ਕਈ ਵਿਸ਼ਿਆਂ ਨਾਲ ਸੰਬੰਧਿਤ ਸੀ ਇਹ ਕਿਤਾਬ, ਇਹ ਰਚਨਾ। ਇਹ ਪ੍ਰਸ਼ਨ ਆ ਸਕਦਾ ਕਿ ਬ੍ਰਿਹਦ ਸੰਹਿਤਾ ਦਾ ਲੇਖਕ ਕੌਣ ਸੀ? ਇਹ ਕਿਸ ਟੌਪਿਕ ਤੇ ਗੱਲਾਂ ਕਰਦੀ ਹੈ? ਕੌਣ ਸੀ ਲੇਖਕ? ਆਪਣਾ ਬ੍ਰਾਹਮੀਹਿਰ ਸੀ ਲੇਖਕ। ਇਹ ਤੁਸੀਂ ਨਾ ਗੱਲਾਂ ਨੋਟ ਕਰ ਲੈਣੀਆਂ। ਉਸਦੀ ਬ੍ਰਿਹਦ ਜਾਤਕ ਰਚਨਾ ਜੋਤਿਸ਼ ਸ਼ਾਸਤਰ ਉੱਤੇ ਇੱਕ ਮਿਆਰੀ ਰਚਨਾ ਮੰਨੀ ਜਾਂਦੀ ਹੈ। ਜੋਤਿਸ਼ ਦੇ ਉੱਤੇ ਕਿਹੜੀ ਮੇਨ ਕਿਤਾਬ ਲਿਖੀ? ਬ੍ਰਿਹਦ ਜਾਤਕ। ਇਹ ਵੀ ਇੰਪੋਰਟੈਂਟ ਹੋ ਗਿਆ। ਮੈਡੀਸਿਨ ਦੇ ਖੇਤਰ ਵਿੱਚ, ਦਵਾਈ ਦੇ ਖੇਤਰ ਵਿੱਚ ਭਾਗਭੱਟ ਇਸ ਸਮੇਂ ਰਹਿੰਦਾ ਸੀ। ਕਿਹੜਾ ਬੰਦਾ ਹੋ ਗਿਆ ਜੀ? ਭਾਗਭੱਟ। ਇੰਪੋਰਟੈਂਟ ਆ। ਕਿਸ ਫੀਲਡ ਨਾਲ ਸੰਬੰਧਿਤ ਆ? ਦਵਾਈ, ਮੈਡੀਸਿਨ ਨਾਲ। ਉਹ ਪ੍ਰਾਚੀਨ ਭਾਰਤ ਦੀ ਮਹਾਨ ਡਾਕਟਰੀ ਤਿਕੜੀ ਵਿੱਚੋਂ ਆਖਰੀ ਵਾਲਾ ਸੀ। ਦੇਖੋ, ਏਸ਼ੀਅਨ ਹਿਸਟਰੀ ਵਿੱਚ 3 ਮੰਨੇ ਗਏ ਆ ਡਾਕਟਰੀ ਫੀਲਡ ਦੇ ਵੱਡੇ ਬੰਦੇ। ਇੱਕ ਸੀ ਚਰਕ, ਇੱਕ ਸੀ ਸ਼ਿਸ਼ੂਰੂਤ, ਤਾਂ ਇੱਕ ਸੀ ਭਾਗਭੱਟ। ਤੇ ਭਾਗਭੱਟ ਹੋਇਆ ਜੀ ਗੁਪਤਾ ਦੇ ਕਾਲ ਵਿੱਚ। ਤਿੰਨਾਂ ਵਿੱਚੋਂ ਸਭ ਤੋਂ ਬਾਅਦ ਵਿੱਚ ਕੌਣ ਹੋਇਆ? ਭਾਗਭੱਟ। ਤੇ ਬਾਕੀ 2 ਕਿਹੜੇ ਸੀ? ਬਾਕੀ 2 ਵਿਦਵਾਨ, ਇੱਕ ਹੋ ਗਿਆ ਜੀ ਚਰਕ ਤੇ ਦੂਸਰਾ ਸੀ ਸ਼ਿਸ਼ੂਰੂਤ। ਇਹ ਗੁਪਤ ਯੁੱਗ ਤੋਂ ਪਹਿਲਾਂ ਰਹਿੰਦੇ ਸਨ। ਇਹ ਗੁਪਤਾ ਕਾਲ ਤੋਂ ਪਹਿਲਾਂ ਸੀ। ਤੇ ਗੁਪਤਾ ਕਾਲ ਵਿੱਚ ਕਿਹੜਾ ਸੀ ਜੀ? ਭਾਗਭੱਟ। ਇਹ ਯਾਦ ਰੱਖਣਾ ਤੁਸੀਂ।
ਮੈਡੀਸਿਨ ਨਾਲ ਸੰਬੰਧਿਤ ਸੀ। ਹੁਣ ਆਪਾਂ ਗੱਲਾਂ ਕਰਾਂਗੇ ਚਰਕ ਬਾਰੇ, ਸੁਸ਼ਰੂਤ ਬਾਰੇ। ਇਹ ਕੌਣ ਸੀ? ਥੋੜਾ ਬਾਗਭੱਟ ਦੀ ਆਖਰੀ ਲਾਈਨ ਪੜ੍ਹ ਲਈਏ। ਕੀ ਸੀ? ਇੱਕ ਗੱਲ ਪੜ੍ਹ ਲਈਏ। ਬਾਗਭੱਟ ਅਸ਼ਟਾਂਗ ਸਮਗ੍ਰਹਿ ਦਾ ਲੇਖਕ ਸੀ। ਮਤਲਬ 8 ਦਵਾਈਆਂ ਦੀਆਂ 8 ਸ਼ਾਖਾਵਾਂ ਦਾ ਸੰਖੇਪ। ਦਵਾਈਆਂ ਦੀਆਂ 8 ਬ੍ਰਾਂਚਾਂ ਮੰਨੀਆਂ ਜਾਂਦੀਆਂ ਹੋਣਗੀਆਂ ਤੇ ਉਹਨਾਂ ਦਾ ਸੰਖੇਪ, ਉਹਨਾਂ ਦਾ ਸਾਰ ਇਸ ਨੇ ਲਿਖਿਆ ਆਪਣੀ ਕਿਤਾਬ ਅਸ਼ਟਾਂਗ ਸਮਗ੍ਰਹਿ ਜਾਂ ਅਸ਼ਟਾਂਗ ਸੰਗ੍ਰਹਿ। ਇਸ ਤਰ੍ਹਾਂ ਵੀ ਕਹਿ ਲਓ, ਅਸ਼ਟਾਂਗ ਸੰਗ੍ਰਹਿ। ਮਤਲਬ 8 ਦਵਾਈਆਂ ਦੀਆਂ ਸ਼ਾਖਾਵਾਂ ਆ, ਉਹਨਾਂ ਨੂੰ ਇੱਕ ਥਾਂ ਉਹਨਾਂ ਦਾ ਸਾਰ ਦੇ ਦਿੱਤਾ, ਉਹਨਾਂ ਨੂੰ ਸੰਗ੍ਰਹਿ ਕਰਕੇ ਇੱਕ ਥਾਂ ਉਹਦਾ ਸਾਰ ਦਿੱਤਾ। ਇਹ ਕਿਹਨੇ ਦਿੱਤਾ ਸੀ? ਬਾਗਭੱਟ ਨੇ। ਠੀਕ ਹੈ ਜੀ। ਹੁਣ ਅਸੀਂ ਚਰਕ ਤੇ ਸੁਸ਼ਰੂਤ ਬਾਰੇ ਥੋੜ੍ਹਾ ਪੜ੍ਹ ਲਈਏ। ਜੇ ਗੱਲ ਚੱਲੀ ਆ ਤਾਂ ਇਹਨਾਂ ਬਾਰੇ ਵੀ ਪਤਾ ਹੋਣਾ ਚਾਹੀਦਾ। ਦੇਖ ਲੈਂਦੇ ਜੀ। ਚਰਕ ਪ੍ਰਾਚੀਨ ਭਾਰਤ ਵਿੱਚ ਵਿਕਸਿਤ ਦਵਾਈ ਅਤੇ ਜੀਵਨ ਸ਼ੈਲੀ ਦੀ ਇੱਕ ਪ੍ਰਣਾਲੀ। ਕਿਹੜੀ? ਆਯੁਰਵੈਦ ਵਿੱਚ ਪ੍ਰਮੁੱਖ ਯੋਗਦਾਨ ਪਾਉਣ ਵਾਲਿਆਂ ਵਿੱਚੋਂ ਇੱਕ ਸੀ। ਆਯੁਰਵੈਦ ਅਸੀਂ ਪੜ੍ਹਦੇ ਹਾਂ ਆਯੁਰਵੈਦਿਕ ਦਵਾ। ਤੇ ਆਯੁਰਵੈਦ ਜਿਹੜਾ ਹੈ ਨਾ, ਦਵਾਈਆਂ ਆ ਜਾਂ ਜੀਵਨ ਸ਼ੈਲੀ ਆ, ਦੇਖੋ ਇਹਦੇ ਵਿੱਚ ਦਵਾਈ ਤੇ ਜੀਵਨ ਸ਼ੈਲੀ ਦੋਨੋਂ ਆਉਂਦੀ ਹੈ ਆਯੁਰਵੈਦ ਵਿੱਚ। ਠੀਕ, ਜਿਸ ਤਰ੍ਹਾਂ ਇਹ ਗੱਲਾਂ ਕਰਦੇ ਆ ਕਿ ਰਾਤ ਨੂੰ ਕਿਸ ਤਰ੍ਹਾਂ ਦਾ ਖਾਣਾ ਨਹੀਂ ਖਾਣਾ ਚਾਹੀਦਾ, ਫਲ ਖਾਣੇ ਤੋਂ ਪਹਿਲਾਂ ਖਾਣੇ ਚਾਹੀਦੇ ਆ, ਤੇ ਕਿਹੜੀਆਂ ਦਵਾਈਆਂ, ਇਹ ਸਾਰੀਆਂ ਗੱਲਾਂ ਆਯੁਰਵੇਦ ਵਿੱਚ ਆਉਂਦੀਆਂ। ਤੇ ਉਹਨਾਂ ਨਾਲ ਸੰਬੰਧਿਤ ਇੱਕ ਬੰਦਾ ਸੀ ਮੇਨ ਚਰਕ ਆਯੁਰਵੇਦ ਨਾਲ ਸੰਬੰਧਿਤ ਸੀ। ਉਸਨੇ ਚਰਕ ਸੰਹਿਤਾ ਇਹ ਕਿਤਾਬ ਲਿਖੀ। ਚਰਕ ਸੰਹਿਤਾ ਨਾਮਕ ਡਾਕਟਰੀ ਗ੍ਰੰਥ ਦਾ ਸੰਪਾਦਨ ਕੀਤਾ। ਇੱਥੇ ਦੇਖੋ ਸੰਪਾਦਨ ਦਾ ਮਤਲਬ ਹੁੰਦਾ ਵੀ ਸਾਰੀ ਤੁਹਾਡੇ ਕੋਲ ਜੋ ਰਚਨਾ ਕੀਤੀ ਆ ਉਹ ਤੁਹਾਡੀ ਆਪਣੀ ਮੌਲਿਕ ਨਹੀਂ ਆ। ਤੁਸੀਂ ਗੱਲਾਂ ਇੱਧਰ ਉੱਧਰ ਇਕੱਠੀਆਂ ਕਰਕੇ ਇੱਕ ਥਾਂ ਉਹਨੂੰ ਸੰਪਾਦਿਤ ਕੀਤਾ ਆ, ਐਡੀਟਡ ਕੀਤਾ ਆ, ਗੱਲਾਂ ਨੂੰ ਇਕੱਠੀਆਂ ਕਰਕੇ ਇੱਕ ਥਾਂ ਲਿਖਤਾ, ਉਹਨੂੰ ਕਹਿੰਦੇ ਸੰਪਾਦਿਤ ਕਰਨਾ। ਠੀਕ, ਚਰਕ ਸੰਹਿਤਾ ਕਹਿੰਦੇ ਲਿਖੀ ਚਰਕ ਨੇ। ਤਾਂ ਚਰਕ ਕਿਹਦੇ ਨਾਲ ਸੰਬੰਧਿਤ ਸੀ? ਆਯੁਰਵੇਦ ਨਾਲ। ਟਾਈਮ ਪੀਰੀਅਡ ਹੈ ਜੀ ਈਸਾ ਤੋਂ 300-400 ਸਾਲ ਪਹਿਲਾਂ, 300-400 ਸਾਲ ਪਹਿਲਾਂ, ਈਸਾ ਤੋਂ 4ਥੀ ਸ਼ਤਾਬਦੀ ਪਹਿਲਾਂ। ਕਿੱਥੇ, ਕਿਸ ਏਰੀਏ ਵਿੱਚ ਪਾਇਆ ਗਿਆ ਸੀ? ਬੰਦਾ ਰਹਿੰਦਾ ਸੀ ਇਹ ਕਸ਼ਮੀਰ ਵਿੱਚ। ਕਿਹੜਾ ਗ੍ਰੰਥ ਲਿਖਿਆ? ਚਰਕ ਸੰਹਿਤਾ। ਖੇਤਰ ਕਿਹੜਾ ਸੀ? ਦਵਾਈ। ਦਵਾਈਆਂ ਵਿੱਚ ਵੀ ਆਯੁਰਵੇਦ ਨਾਲ ਸੰਬੰਧਿਤ। ਅਗਲਾ ਬੰਦਾ ਜੀ ਸੁਸ਼ਰੂਤ ਟੈਕਨੀਕਲੀ ਕਹਿੰਦੇ ਕਿ ਇਹ ਈਸਾ ਤੋਂ 6ਵੀਂ ਸਦੀ ਪਹਿਲਾਂ ਸੀ। ਸੁਸ਼ਰੂਤ ਬਹੁਤ ਪੁਰਾਣਾ ਬੰਦਾ ਆ। ਇਹ ਨਾ ਸਰਜਰੀ ਨਾਲ ਸੰਬੰਧਿਤ ਸੀ। ਸਰਜਰੀ ਕਰਨੀ ਨਾ, ਸਰੀਰ ਦੀ ਬੋਡੀ ਦੇ ਉੱਤਲੀ ਸਕਿਨ ਨੂੰ ਕੱਟ ਕੇ ਅੰਦਰ ਕੋਈ ਜ਼ਖਮ ਵਗੈਰਾ ਉਹਨੂੰ ਠੀਕ ਕਰਨਾ, ਸਰਜਰੀ ਕਰਨ ਵਿੱਚ ਇਹ ਬਹੁਤ ਮਾਹਿਰ ਸੀ ਸੁਸ਼ਰੂਤ। 6ਵੀਂ ਸਦੀ ਈਸਾ ਪੂਰਵ। ਪ੍ਰਾਚੀਨ ਭਾਰਤੀ ਸਰਜਰੀ ਕਰਨ ਵਾਲਾ ਆਪਣੇ ਆਪਰੇਸ਼ਨਾਂ ਲਈ ਆਪਰੇਸ਼ਨ ਵਗੈਰਾ ਕਰ ਲੈਂਦੇ ਸੀ ਉਸ ਵੇਲੇ ਵੀ। ਆਪਰੇਸ਼ਨਾਂ ਅਤੇ ਤਕਨੀਕਾਂ ਅਤੇ ਆਪਣੇ ਪ੍ਰਭਾਵਸ਼ਾਲੀ ਗ੍ਰੰਥ। ਕਿਹੜਾ ਗ੍ਰੰਥ ਲਿਖਿਆ ਸੀ? ਸੁਸ਼ਰੂਤ ਸੰਹਿਤਾ। ਸੁਸ਼ਰੂਤ ਨੇ ਕਿਹੜਾ ਗ੍ਰੰਥ ਲਿਖਿਆ ਸੀ? ਸੁਸ਼ਰੂਤ ਸੰਹਿਤਾ ਲਈ ਜਾਣਿਆ ਜਾਂਦਾ ਹੈ, ਜੋ ਪ੍ਰਾਚੀਨ ਭਾਰਤ ਵਿੱਚ ਸਰਜਰੀ ਬਾਰੇ ਗਿਆਨ ਦਾ ਪ੍ਰਮੁੱਖ ਸਰੋਤ ਹੈ। ਇਸ ਸੁਸ਼ਰੂਤ ਸੰਹਿਤਾ ਵਿੱਚ ਸਰਜਰੀ ਬਾਰੇ ਬਹੁਤ ਗਿਆਨ ਦਿੱਤਾ ਹੋਇਆ। ਅੱਜ ਲਈ ਇੰਨਾ ਹੀ ਰੱਖਦੇ ਹਾਂ ਜੀ, ਬਾਕੀ ਨੈਕਸਟ ਕਲਾਸ ਵਿੱਚ ਕਰਦੇ ਹਾਂ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।